ਖਵਾਇਸ਼ਾਂ ਅਸਾਂ ਵੀ ਪੂਰੀਆਂ ਕੀਤੀਆਂ ਨੇ। ਜੀ ਐ ਨਹੀਂ ਕਿ ਤੁਸੀਂ ਹੁਣ ਬੜੀਆਂ ਅੱਛੀਆਂ ਪੇ ਖਵਾਇਸ਼ਾਂ ਕਰਦੇ ਹੋ, ਨਹੀਂ ਨਹੀਂ। ਇੱਕ ਸਿਰਫ ਰੋਟੀ, ਇਸ ਪੇਟ ਵਿੱਚ ਰੋਟੀ ਚਟਨੀ ਨਾਲ ਵੀ ਖਾ ਲੈਣੀ ਹੈ ਤੇ ਗੋਸ਼ਤ ਨਾਲ ਵੀ ਖਾ ਲੈਣੀ ਹੈ। ਸਿਰਫ ਜਿਹੜੀ ਔਲਾਦ ਨੂੰਹਾਂ ਧੀਆਂ ਪੁੱਤਰ ਨੂੰਹਾਂ ਹੱਥੀ ਲਿਆਈ ਦੀ ਨੇ ਜੁਗ ਜਿਉਂ ਘਰ ਉਹਨਾਂ ਦੇ ਤੇ ਬਾਹਰ ਸਾਡੇ ਨੇ ਹੁਣ। ਲੇਕਿਨ ਨੂੰਹਾਂ ਨੂੰ ਵੀ ਚਾਹੀਦਾ ਸੱਸਾਂ ਨਾਲ ਪਿਆਰ ਕਰਨਾ ਤੇ ਸੱਸਾਂ ਵੀ ਕੁੱਟੀਆਂ ਨੂੰਹਾਂ ਨਾਲ ਲਾ ਕੇ ਖਾਣ ਤੇ ਨੂੰਹਾਂ ਵੀ ਕਰਨਾ। ਬਿਲਕੁਲ ਮੈਂ ਇਹ ਨਹੀਂ ਆਂਦੀ ਕਿ ਮੈਂ ਚਦਰਾਣੀ ਤੇ ਮੈਂ ਰਾਣੀ, ਰਾਣੀਆਂ ਅਗਲੀਆਂ ਬਣਾਉਣ ਤੇ ਬਣਿਆ ਜਾਂਦਾ ਹੈ। ਤੇ ਮਿਹਰਬਾਨੀ ਕਰਕੇ ਮੈਨੂੰ ਬੜੀ ਤਕਲੀਫ, ਮੈਂ ਕੋਈ ਇਹ ਨਹੀਂ ਕਿ ਮੈਂ ਡਰਾਮਾ ਖੇਡਣ ਲੱਗੀ ਜਿਹੜਾ ਕੋਈ ਆਂਦਾ माँ इंज ते माँ लाडो बाजी, माँ लाडो नहीं, माँ दुनियादारी जान। अस्सलाम वालेकुम माय यूट्यूब फैमिली, तो कैसे हैं आप सब लोग। एक बार फिर से मैं आप लोगों के साथ छीमा फैमिली व्लॉग शेयर कर रही हूँ। आज का व्लॉग बहुत ही मज़ेदार और बहुत ही ज़बरदस्त होने वाला है। इस व्लॉग में वकास छीमा हमें एक बेहतरीन मिसाल देकर समझाएंगे कि अपनी गलतियों से कुछ सीखना चाहिए और माँ बाप की नाराज़गी कितना बड़ा गुनाह है, और जो लोग अपने माँ बाप को बेआसरा बेयारो मददगार छोड़ देते हैं उनकी दुनिया और आखिरत किस तरह से बर्बाद हो जाती है। वकास छीमा हमें क्या समझाते हैं, इस मिसाल से हमें क्या समझ आती है, तो देखते हैं व्लॉग में। ਗੱਲ ਇਹ ਹੈ ਕਿ 2 ਦਿਨ ਤੋਂ ਸਾਡਾ ਜਿਹੜਾ ਟੌਪਿਕ ਹੈ ਨਾ ਉਹ ਬਹੁਤ ਹੀ ਇੱਕ ਇੰਪੋਰਟੈਂਟ ਟੌਪਿਕ ਹੈ ਜਿਹੜਾ ਡਿਸਕਸ ਹੋ ਰਿਹਾ ਹੈ ਤੇ ਮਾਂ ਜੀ ਵੀ ਅੱਜ ਸਾਡੇ ਕੋਲ ਹੀ ਨੇ, ਅੱਲਾ ਦਾ ਸ਼ੁਕਰ ਹੈ। ਤੇ ਮੈਂ ਕਹਿੰਦਾ ਸਾਂ ਕਿ ਚਲੋ ਅੱਜ ਦਾ ਵਲੌਗ ਅਸੀਂ ਮਜ਼ੀਦ ਜਿਹੜਾ ਨਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਜ਼ਾਹਰ ਟੌਪਿਕ ਤੇ ਛਿੜੇ ਆ ਇਹਨੂੰ ਡਿਸਕਸ ਕਰੀਏ। ਹੋ ਸਕਦਾ ਹੈ ਸਾਡੀ ਇਸ ਰਹਿਨੁਮਾਈ ਦੇ ਨਾਲ ਸਾਡੀਆਂ ਨਾ ਕੁਝ ਗੱਲਾਂ ਦੇ ਨਾਲ ਕੁਝ ਨਹੀਂ 100 ਬੰਦਾ ਵੀ ਰਾਹ ਰਾਸਤੇ ਆ ਜਾਵੇ ਤੇ ਕਿਹੜੀ ਵਧੀਆ ਗੱਲ ਹੋਏਗੀ। ਗੱਲ ਇਹ ਵੀ ਕਿ ਜਦੋਂ ਇਹ ਫੀਲ ਅਮਾਰਾ ਨੇ ਜਦੋਂ ਮੈਨੂੰ ਇਸ ਚੀਜ਼ ਨੂੰ ਰਿਮਾਈਂਡ ਕਰਵਾਇਆ ਕਿ ਪੁੱਤਰ ਜਿਹੜੀਆਂ ਨੇ ਨਾ ਚੋਖੀਆਂ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ ਵਾਲਦੈਨ ਨੂੰ ਨਾ, ਸਿਰਫ ਇੱਕ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਹੈ ਕੋਲ ਬਹਿ ਕੇ ਗੱਪਸ਼ਪ ਕਰਨ ਨਾਲ, ਦਿਲ ਹੌਲਾ ਕਰਨ ਨਾਲ ਨਾ ਵਡੇਰਾ ਬੰਦਾ ਬੜਾ ਜਿਹੜਾ ਨਾ ਲਾਈਟ ਫੀਲ ਕਰਨ ਲੱਗ ਪੈਂਦਾ ਹੈ, ਬੜਾ ਹੌਲਾ ਦਿਲ ਦਾ ਬੋਝ ਉਹਦਾ ਉਤਰ ਜਾਂਦਾ ਹੈ। ਤੇ ਇਹਨੇ ਚਾਵਾਂ ਦੇ ਨਾਲ ਜਦੋਂ ਮੈਂ ਇਹ ਸਮਝਦਾ ਵਾਂ ਕਿ ਵੇਖੋ ਸਾਡੇ ਪਾਕਿਸਤਾਨ ਦੇ ਵਿੱਚ 올ਡ ਏਜ ਹੋਮ ਜਿਹੜੇ ਹੈ ਨੇ ਵੇਖੋ ਬਣ ਚੁੱਕੇ ਨੇ ਆਲਰੇਡੀ, ਜਿਹੜਾ ਕਨਸੈਪਟ ਹੀ ਸਾਰਾ ਉਸ ਦੂਸਰੇ ਪਾਸੇ ਯੂਰਪ ਦਾ ਸੀ, ਅਮਰੀਕਾ ਕੈਨੇਡਾ ਵਾਲੇ ਪਾਸੇ ਸੀ। ਸਾਡੇ ਪਾਕਿਸਤਾਨ ਦੇ ਵਿੱਚ ਇਹਨੇ ਜੇ ਮੁੰਤਜ਼ਰ ਨੇ ਵਾਲਦੈਨ ਜਿਹੜੇ ਬਹਿ ਕੇ 올ਡ ਏਜ ਹੋਮ ਦੇ ਵਿੱਚ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ ਔਰ ਬੱਚੇ ਮਿਲਣ ਤੋਂ ਬਗੈਰ ਹੱਜ ਉਮਰੇ ਕਰ ਰਹੇ ਹੁੰਦੇ ਨੇ। ਵਾਲਦੈਨ ਨਾਰਾਜ਼, ਇਟ ਡਜ਼ਨਟ ਮੈਟਰ, ਨਾਰਾਜ਼ ਨੇ ਤੇ ਨਾਰਾਜ਼ ਨੇ। ਤੁਹਾਡੇ ਹੱਜ ਉਮਰੇ ਕਿਸ ਕੰਮ ਨੇ ਮੈਨੂੰ ਇਹ ਤਾਂ ਦੱਸੋ ਹੈ, ਤੁਹਾਡੇ ਹੱਜ ਉਮਰੇ ਕਿਸੇ ਕੰਮ ਨਾਲ ਜਾਣੇ ਨੇ? ਤੁਸੀਂ ਬੱਚਿਆਂ ਨੂੰ ਲੈ ਕੇ ਐਵਰੀ ਵੀਕਐਂਡ ਲੈ ਕੇ ਜਾਂਦੇ ਹੋ ਨਾ ਕਿਤੇ ਅੱਗੇ ਪਿੱਛੇ ਫਿਰਦੇ ਟੁਰਦੇ ਹੋ ਹੈ, ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਟਾਈਮ ਦਿੰਦੇ ਹੋ, ਬੱਚਿਆਂ ਨੂੰ ਲੈ ਕੇ ਜਾਂਦੇ ਹੋ ਅੱਗੇ ਪਿੱਛੇ। ਕਦੀ ਸੋਚੋ ਹਾਂ ਕਿੰਨੀ ਇੱਕ ਵਾਰੀ ਤੁਸੀਂ ਪ੍ਰਾਇੋਰਟੀ ਦੇ ਨਾਲ ਹਰ ਵੀਕਐਂਡ ਦੇ ਉੱਤੇ ਜਾਂ ਦੂਜੇ ਜਾਂ ਚੌਥੇ ਜਾਂ ਮਹੀਨੇ ਦੇ ਵਿੱਚ ਕੋਈ ਇੱਕ ਦਿਨ ਐਸਾ ਡਿਸਾਈਡ ਕੀਤਾ ਹੋਵੇ ਕਿ ਇਹ ਦਿਨ ਜਿਹੜਾ ਨਾ ਮੈਂ ਵਾਲਦੈਨ ਨੂੰ ਲੈ ਕੇ ਕਿਤੇ ਬਾਹਰ ਜਾਣਾ। ਇੱਕ ਵਾਰੀ ਮੈਨੂੰ ਸੋਚਿਆ ਜੀ ਜ਼ਰੂਰ ਤੇ ਦੱਸਿਆ ਜੀ ਜ਼ਰੂਰ ਕਿ ਵਾਕਈ ਅਸੀਂ ਇਸ ਤਰ੍ਹਾਂ ਕਰਨੇ ਆ ਜਾਂ ਨਹੀਂ ਕਰਦੇ। ਕਿਉਂਕਿ ਵੇਖੋ ਤੁਹਾਡੇ ਵਾਸਤੇ ਤੁਹਾਡੇ ਬਚਪਨ ਅੱਜ ਅਸੀਂ ਆ ਨਾ, ਮੈਨੂੰ ਪਤਾ ਸੀ ਆਪਣੇ ਬੱਚਿਆਂ ਵਾਸਤੇ ਲੈ ਕੇ ਉਹਨਾਂ ਨੂੰ ਬਾਹਰ ਜਾਈਦਾ, ਉਹ ਹਰ ਰੋਜ਼ ਨਵੀਂ ਫਰਮਾਇਸ਼ ਕਰਦੇ ਨੇ, ਬਾਬਾ ਅੱਜ ਇਹ ਚਾਹੀਏ, ਬਾਬਾ ਅੱਜ ਉਹ ਚਾਹੀਏ, ਬਾਬਾ ਉਹ। ਤੇ ਅੱਜ ਟਾਈਮ ਉਹਨਾਂ ਦਾ ਵਡੇਰਿਆਂ ਦਾ, ਵਡੇਰਿਆਂ ਨੇ ਮੰਗਦੇ ਕੀ ਨੇ ਮੈਨੂੰ ਦੱਸੋ ਨਾ, ਪਤਾ ਤਾਂ ਲੱਗੇ ਕਿ ਭਾਈ ਵਡੇਰਾ ਆ ਵੀ ਸ਼ਾਇਦ ਮੰਗੀ ਆਉਂਦਾ, ਆ ਵੀ ਮੰਗੀ ਆਉਂਦਾ, ਆ ਵੀ ਮੰਗੀ ਆਉਂਦਾ। ਉਹ ਭਾਈ ਵਡੇਰੇ ਕੱਖ ਨਹੀਂ ਮੰਗਦੇ, ਵਡੇਰੇ ਸਿਰਫ ਦੁਆ ਦਿੰਦੇ ਨੇ। ਯਕੀਨ ਕਰਕੇ ਮੰਨੋ, ਉਹਨਾਂ ਦੀਆਂ ਦੁਆਵਾਂ ਲਵੋ ਜਿੰਨਾ ਹੋ ਸਕਦਾ। ਤੁਸੀਂ ਤੇ ਹੁਣ ਸੋਨੇ ਦੀ ਸ਼ੈ ਮਾਂ ਪਿਓ ਲਿਆ ਕੇ ਬੱਚਿਆਂ ਨੂੰ ਦੇ ਸਕਦੇ ਨਾ, ਤੇ ਅਸੀਂ ਮਿੱਟੀ ਦੀ ਲਿਆ ਕੇ ਦੇ ਕੇ ਤੁਹਾਨੂੰ ਜਵਾਨ ਕੀਤਾ ਹੈ। ਤੁਸੀਂ ਸੋਨਾ ਖਰੀਦ ਸਕਦੇ ਜੇ, ਅਸੀਂ ਉਦੋਂ ਮਿੱਟੀ ਖਰੀਦਦੇ ਸਾਂ, ਲੱਕੜ ਦੇ ਘੋੜੇ ਹੁੰਦੇ ਸਾਂ ਬਣੇ ਜਿਹੜੇ ਤਰਖਾਨ ਕੋਲ ਬਣਵਾ ਕੇ ਤੇ ਤੁਹਾਨੂੰ ਦੇਈਦੇ ਸਾਂ ਖੇਡਣ ਨੂੰ, ਐਡੇ ਐਡੇ ਟਾਇਰ ਵਿੱਚ ਲਵਾਈਦੇ ਸਾਂ। ਰੇੜਾ ਹੁੰਦਾ ਸੀ, ਤੁਹਾਡੀ ਖੁਆਇਸ਼ ਹੈ ਨਾ, ਹੁਣ ਖੁਆਇਸ਼ਾਂ ਤੁਸੀਂ ਗੱਡੀਆਂ ਦੀਆਂ ਪੂਰੀਆਂ ਕਰਦੇ ਤੇ ਅਸੀਂ ਰੇੜਾ ਬਣਵਾਈਦਾ ਸੀ, ਉਹਦੇ ਨਾਲ ਤੁਹਾਡੀ ਖੁਆਇਸ਼ ਪੂਰੀ ਕਰੀਦਾ ਸੀ। ਅਸੀਂ ਸਾਈਕਲ ਹੋਰ ਤਰੀਕੇ ਦਾ ਹੁੰਦਾ ਸੀ ਜਿਹੜਾ ਉਹਦੀ ਲੋੜ ਪੂਰੀ ਕਰਦੇ ਸਾਂ, ਲੇਕਿਨ ਖੁਆਇਸ਼ਾਂ ਅਸਾਂ ਵੀ ਪੂਰੀਆਂ ਕੀਤੀਆਂ ਨੇ। ਇਹ ਨਹੀਂ ਕਿ ਤੁਸੀਂ ਐ ਨਹੀਂ ਕਿ ਤੁਸੀਂ ਹੁਣ ਬੜੀਆਂ ਅੱਛੀਆਂ ਪੇ ਖੁਆਇਸ਼ਾਂ ਕਰਦੇ ਹੋ, ਨਹੀਂ ਨਹੀਂ। ਇੱਕ ਸਿਰਫ ਰੋਟੀ, ਇਸ ਪੇਟ ਵਿੱਚ ਰੋਟੀ ਚਟਨੀ ਨਾਲ ਵੀ ਖਾ ਲੈਣੀ ਹੈ ਤੇ ਗੋਸ਼ਤ ਨਾਲ ਵੀ ਖਾ ਲੈਣੀ ਹੈ। ਸਿਰਫ ਜਿਹੜੀ ਔਲਾਦ ਨੂੰਹਾਂ ਧੀਆਂ ਪੁੱਤਰ ਨੂੰਹਾਂ ਹੱਥੀ ਲਿਆਈ ਦੀ ਨੇ ਜੁਗ ਜਿਉਂ ਘਰ ਉਹਨਾਂ ਦੇ ਤੇ ਬਾਹਰ ਸਾਡੇ ਨੇ ਹੁਣ। ਲੇਕਿਨ ਨੂੰਹਾਂ ਨੂੰ ਵੀ ਚਾਹੀਦਾ ਸੱਸਾਂ ਨਾਲ ਪਿਆਰ ਕਰਨਾ ਤੇ ਸੱਸਾਂ ਵੀ ਕੁੱਟੀਆਂ ਨੂੰਹਾਂ ਨਾਲ ਲਾ ਕੇ ਖਾਣ ਤੇ ਨੂੰਹਾਂ ਵੀ ਕਰਨਾ। ਮੈਂ ਇਹ ਨਹੀਂ ਆਂਦੀ ਕਿ ਮੈਂ ਚਦਰਾਣੀ ਤੇ ਮੈਂ ਰਾਣੀ, ਰਾਣੀਆਂ ਅਗਲੀਆਂ ਬਣਾਉਣ ਤੇ ਬਣਿਆ ਜਾਂਦਾ ਹੈ। ਤੇ ਮਿਹਰਬਾਨੀ ਕਰਕੇ ਮੈਨੂੰ ਬੜੀ ਤਕਲੀਫ, ਮੈਂ ਕੋਈ ਇਹ ਨਹੀਂ ਕਿ ਮੈਂ ਡਰਾਮਾ ਖੇਡਣ ਲੱਗੀ ਜਿਹੜਾ ਕੋਈ ਆਂਦਾ ਮਾਂ ਇੰਜ ਤੇ ਮਾਂ ਲਾਡੋ ਬਾਜੀ, ਮਾਂ ਲਾਡੋ ਨਹੀਂ, ਮਾਂ ਦੁਨੀਆਦਾਰੀ ਜਾਣਦੀ ਹੈ, ਇਟਲੀ ਉਤਲੀ ਜਾਣਦੀ ਹੈ, ਸਾਰੇ ਕੰਮ ਜਾਣਦੀ ਹੈ। ਮੈਨੂੰ ਹਕੀਕਤ ਦੀ ਤਕਲੀਫ ਆਈ ਸੀ, ਮੈਂ ਘਰੋਂ ਇਹ ਨਹੀਂ ਕਿ ਮੈਂ ਇਸ ਮੌਜੂ ਤੇ ਗਈ ਸਾਂ, ਮੈਂ ਤਾਂ ਖੈਰੀ ਮੇਰੀ ਮੈਂ ਕਿਹਾ ਵਕਾਸਿਆ ਚੱਲਿਆ ਮੈਨੂੰ ਵੀ ਲੈ ਜਾਵੇ ਨਾਲ, ਮੈਂ ਯਾਸਰ ਘਰ ਜਾਣਾ। ਮੈਂ ਗਈ ਹਾਂ, ਇਹਦੇ ਵੀ ਜ਼ੇਨ ਜੇ ਮੈਂ ਛੱਡ ਆਇਆ ਵਾਂ ਤੇ ਮੈਂ ਤੁਰ ਗਿਆ ਵਾਂ। ਮੈਂ ਸਾਰਾ ਦਿਨ ਮੈਂ ਮਾਂ ਸਾਂ, ਲੱਖ ਜੋ ਮਰਜ਼ੀ ਹੋਵੇ, ਜਿਹੜੇ ਢਿੱਡੋਂ ਪੁੱਤਰ ਜੰਮੇ ਉਹਨੇ ਉਹੀ ਹੁੰਦੇ ਨੇ। ਲੋਕ ਭਾਵੇਂ ਸਾਰੀ ਦੁਨੀਆ ਸਲਾਮ ਤੇ ਕਰੇ ਤੇ ਜਦੋਂ ਘਰੋਂ ਭੈੜਾ ਹੋਵੇ ਨਾ ਬੰਦਾ ਤੇ ਉਹ ਸਲਾਮ ਵਾਰਾ ਹੀ ਨਹੀਂ ਖਾਂਦੀ। ਜਦੋਂ ਔਲਾਦ ਨਾ ਨੇਕ ਹੋਵੇ ਤੇ ਸਾਰੀ ਦੁਨੀਆ ਦੀ ਨੇਕ ਪਈ ਹੋਵੇ, ਹਾਂ ਆਪਣੀ ਹੁਣ ਨਾ ਜ਼ਰੂਰੀ ਹੁੰਦੀ ਹੈ। ਤੇ ਮੈਂ ਸਾਰਾ ਦਿਨ ਡੀਕਦੀ ਰਹੀ ਹਾਂ, ਮੈਨੂੰ ਐਸੀ ਤਕਲੀਫ ਹੈ ਮੈਂ ਬਗਾਨੇ ਘਰ ਹੋ ਵੀ ਨਹੀਂ ਸਕਦੀ। ਮੈਂ ਉਦੋਂ ਅਸਰ ਦੀ 2 ਦਿਨ ਨਮਾਜ਼ ਪੜ੍ਹਦੀ ਹਾਂ ਤੇ ਇਹ ਗਿਆ ਹੈ, ਮੈਨੂੰ ਇੰਜ ਛਲਕ ਬਾਰੇ ਮੇਰੇ ਨਿਕਲੇ ਨੇ ਕਿ ਮੈਂ ਇਸ ਪ੍ਰਦੇਸ਼ ਵਿੱਚ ਪੁੱਤਰ ਤੇਰੀ ਮੈਂ ਡੀਕ ਰੱਖਣੀ ਆ, ਜਾਂ ਸਵੇਰੇ 10 ਵਜੇ ਤੂੰ ਨਿਕਲ ਆਉਣਾ ਤੇ ਤਾਂ ਜਾਂ 4 ਵਜੇ, ਨਾ ਤੂੰ 10 ਵਜੇ ਆਇਆ ਤੇ ਨਾ ਤੂੰ 4 ਵਜੇ ਆਇਆ, ਮੇਰੇ ਦੋਵੇਂ ਟਾਈਮ ਖਜਾ ਦਿੱਤੇ ਨਹੀਂ, ਹੁਣ ਕੀ ਲੈਣਾ ਹੈ ਮੇਰੇ ਕੋਲ। ਮਕਸਦ ਇਹ ਵੇ ਪੁੱਤਰ ਹੋਰ ਗੱਲ ਕੋਈ ਨਹੀਂ, ਨਾ ਮਾਂ ਪਿਓ ਔਲਾਦ ਛੱਡ ਸਕਦਾ ਤੇ ਨਾ ਮਾਂ ਪਿਓ ਕਿਸੇ ਪਾਸੇ ਹਿਲ ਸਕਦਾ ਤੇ ਲਿਹਾਜ਼ਾ ਮਿਹਰਬਾਨੀ ਕਰਕੇ ਸਿੱਧੇ ਪਾਸੇ ਜਾਇਆ ਕਰੋ, ਪੁੱਠੇ ਪਾਸੇ ਨਾ ਜਾਇਆ ਕਰੋ। ਕਿਸੇ ਦੀ ਗੱਲ ਨੂੰ ਅੱਛੇ ਤਰੀਕੇ ਨਾਲ ਸਮਝੀ ਦੀ ਹੈ। ਮੈਂ ਇਹ ਸਮਝਦਾ ਵਾਂ ਕਿ ਵਾਲਦੈਨ ਜਦੋਂ ਨੇ ਨਾ ਤੁਹਾਡੇ, ਹੁਣ ਮੈਂ ਆਖਾਂ ਕਿ ਮਾਂ ਜੀ ਮੈਂ ਐਕਸਪਲੇਨੇਸ਼ਨਾਂ ਦੇਣ ਲੱਗ ਪਈ ਜੀ, ਮੈਂ ਕੋਸ਼ਿਸ਼ ਵੀ ਕੀਤੀ ਐਕਸਪਲੇਨੇਸ਼ਨ ਕਰ ਦੇਣ ਦੀ, ਲੇਕਿਨ ਗੱਲ ਹੋਈ ਏ ਜੇ ਵਾਲਦੈਨ ਨੂੰ ਝੂਠਿਆਂ ਕਰਕੇ ਆਪ ਤੁਸੀਂ ਸੱਚਿਆ ਹੋਣਾ ਚਾਹ ਰਹੇ ਹੋ ਤੇ ਫਿਰ ਲੱਖ ਲਾਣਤ ਉਹੋ ਜਿਹੀ ਔਲਾਦ ਤੇ ਜਿਹੜੀ ਝੂਠਿਆਂ ਵਾਲਦੈਨ ਨੂੰ ਕਰਕੇ ਤੇ ਆਪ ਸੱਚਿਆ ਹੋਣਾ ਚਾਹ ਰਹੀ।
ਤੇ ਬਿਹਤਰ ਇਹ ਨਹੀਂ ਕਿ ਆਪਣੇ ਆਪ ਨੂੰ ਝੂਠਾ ਕਰਕੇ ਤੇ ਵਾਲਦੈਨ ਦੇ ਪੈਰ ਪੜੋ, ਮੂੰਹ ਸਿਰ ਚੁੰਮੋ। ਅੱਲਾਹ ਦੇ ਸੁਪਰਦ ਤਾਂ ਕੀ ਹੈ, ਵਾਲਦੈਨ ਗਲਤ ਵੀ ਹੋ ਸਕਦੇ ਨੇ, ਤਾਂ ਕੀ ਹੈ, ਇਹ ਹਰ ਵਕਤ ਤੁਹਾਡੇ ਬੱਚੇ ਨੇ, ਤੁਸੀਂ ਉਹਨਾਂ ਨੂੰ ਰਾਹ ਜਾਂਦੀ ਚੰਡ ਮਾਰੋ, ਹਮਾ ਸਕਦੇ ਜੇ। ਤੁਸੀਂ ਸੁੱਤੇ ਪਏ ਦੇ ਮੂੰਹ ਦੇ ਉੱਤੇ ਥੱਪੜ ਮਾਰ ਸਕਦੇ ਜੇ। ਤੁਸੀਂ ਸਕੂਲੋਂ ਆਇਆ ਨੂੰ ਮਾਰ ਕਦੀ ਵੀ ਨਹੀਂ। ਅਗਰ ਤੁਹਾਡੀ ਗਲਤੀ ਤੇਰੀ ਹੈ ਸੀ ਤੇ ਮੈਨੂੰ ਦੁੱਖ ਪੜਿਆ। ਜੇ ਹੁਣ ਤੂੰ ਇਸ ਗੱਲ ਨੂੰ ਗਲਤੀ ਨੂੰ ਮੰਨੇਗਾ ਨਾ ਤੇ ਤੇਰੇ ਕੋਲ 1000 ਫਾਇਦੇ ਹੋ ਜਾਣਗੇ। ਅੰਮਾ ਜੀ ਮੇਰਾ ਮੈਂ ਨਹੀਂ, ਮੇਰੇ ਨਾਲ ਨਾਲ ਨਾ, ਮੇਰੇ ਖਿਆਲ ਦੇ ਨਾਲ ਇਸ ਵੀਡੀਓ ਪੈਗਾਮ ਦੇ ਨਾਲ ਨਾਲ ਲੱਖਾਂ ਦੁਨੀਆ ਜਿਹੜੀ ਹੈ ਨਾ, ਉਹਨਾਂ ਨੇ ਇਸ ਚੀਜ਼ ਨੂੰ ਵੇਖਿਆ ਵੀ ਹੈ ਔਰ ਮੇਰੇ ਖਿਆਲ ਦੇ ਨਾਲ ਡੀਪ ਹੋ ਕੇ ਤੇ ਉਹਨਾਂ ਨੇ ਸੋਚਿਆ ਵੀ ਜ਼ਰੂਰ ਹੋਏਗਾ ਕਿ ਭਾਈ ਜੀ ਇਹ ਅਮਰ ਇਸ ਵਕਤ ਜ਼ਰੂਰਤ ਜਿਹੜੀ ਹੈ ਨਾ, ਇਸ ਵਕਤ ਜ਼ਰੂਰਤ ਜਿਹੜੀ ਹੈ ਨਾ ਇਸੇ ਚੀਜ਼ ਦੀ ਹੈ ਕਿ ਤੁਸੀਂ ਕਮ ਅਜ਼ ਕਮ ਜ਼ਿਆਦਾ। ਅੰਮੀ ਮੈਂ ਚੱਲੀ ਆ ਬਾਜ਼ਾਰ ਤੇ ਜਰਾ ਆਉਂਦਿਆਂ ਨੂੰ ਨਾ ਵੇਖੇ ਥੋਮ ਗੰਡਾ ਚ ਉਹ ਮਾਂ ਥੋਮ ਗੰਡਾ ਛੇੜ ਕੇ ਮਾੜੀ ਚੰਗੀ ਆਂਡੀ ਵੀ ਪਹੁੰਚ ਛੱਡਦੀ ਮੇਰੀ ਨੂੰ ਗਈ ਤੇ ਜੇ ਜਾਣ ਲੱਗੇ ਆਖੇ ਹੀ ਨਾ ਤੇ ਫਿਰ ਉਹ ਚੌਕੀਦਾਰ ਨਾਲ ਮਗਰ ਬਾਹਰ ਹੀ ਬਹਿ ਰਹੇ ਨੇ ਨਾ, ਉਹਨੇ ਹੋਰ ਕੀ ਕਰਨਾ ਹੈ। ਬਿਲਕੁਲ। ਤੇ ਇਹ ਚੀਜ਼ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਨਾ ਬੜਾ ਜ਼ਿਆਦਾ ਸਬਕ ਵੀ ਹੈ ਤੇ ਬਜਾਏ ਇਸ ਦੇ ਕਿ ਤੁਸੀਂ ਇਸ ਚੀਜ਼ ਨੂੰ ਨੈਗੇਟਿਵ, ਕਈ ਲੋਕਾਂ ਨੇ ਕਮੈਂਟ ਕੋਈ ਕਿਸੇ ਦਾ ਕਰਦਾ ਪਿਆ, ਕੋਈ ਕਿਸੇ ਦਾ ਕਰਦਾ ਕਿ ਭਾਈ ਬਹੁਤ ਜ਼ਿਆਦਾ ਲੋਕਾਂ ਨੇ ਤੇ ਇਹ ਆਖਿਆ, ਬਲਕਿ 99% ਲੋਕਾਂ ਨੇ ਇਹ ਆਖਿਆ ਕਿ ਭਾਈ ਅੰਮੀ ਹੋਰਾਂ ਨੂੰ ਤੁਹਾਨੂੰ ਆਇਆ, ਤੁਹਾਡੀ ਗਲਤੀ ਹੈ ਬਿਲਕੁਲ। ਤੇ ਮੈਂ ਮੰਨਿਆ ਇਸ ਗੱਲ ਨੂੰ, ਕੋਈ ਮਸਲਾ ਨਹੀਂ। ਤੇ ਵੇਖੋ ਨਾ ਇਹ ਚੀਜ਼ ਜਿਹੜੀ ਹੈ ਨਾ, ਇਸ ਚੀਜ਼ ਨੂੰ ਅੰਡਰਸਟੈਂਡ ਮੈਂ ਇਹ ਪਿਆ ਨਾ, ਮੈਂ ਇਸ ਤੋਂ ਵੀ 2 ਹੱਥ ਅੱਗੇ ਗਿਆ। ਮੈਂ ਕਿਹਾ ਚਲੋ ਇਹ ਤੇ ਮੇਰੀ ਗਲਤੀ ਹੈ, ਗਲਤੀ ਤੁਹਾਡੀ ਨਹੀਂ ਵੀ ਹੈ, ਤੁਸੀਂ ਫਿਰ ਵੀ ਜਾ ਕੇ ਵਾਲਦੈਨ ਦਾ ਮੂੰਹ ਸਿਰ ਚੁੰਮ ਕੇ ਤੇ ਪੈਰ ਫੜ ਸਕਦੇ ਹੋ ਕਿ ਮਾਂ ਜੀ ਤੁਸੀਂ ਆਪਣੇ ਜੇ ਨਾਰਾਜ਼ ਨੇ ਤੁਹਾਡੇ ਨਾਲ, ਦੂਜੇ ਭਰਾ ਦੇ ਘਰ ਨੇ, ਤੇ ਤੁਸੀਂ ਜਾ ਕੇ ਰਾਜ਼ੀ ਕਰਕੇ ਆਪਣੇ ਘਰ ਲੈ ਕੇ ਆ ਸਕਦੇ ਹੋ। ਤੁਸੀਂ ਨਿਰਾ ਇੰਨਾ ਹੀ ਹੈ ਕਿ ਠੀਕ ਹੈ ਮੈਂ ਕੋਈ 10,000 ਦੇਣ ਡਿਆ ਤੇ ਭਰਾ ਵੱਡੇ ਦੇ ਘਰ ਮਾਂ ਪਿਓ ਬੈਠਾ, ਸ਼ੁਕਰ ਹੈ ਜਾਨ ਛੁੱਟ ਗਈ ਹੈ। ਇਹ ਜਿਹੜੀਆਂ ਨੂੰਹਾਂ ਆਈਆਂ ਨੇ ਨਾ, ਇਹ ਵੀ ਤਾਂ ਕਿਸੇ ਦੀਆਂ ਧੀਆਂ ਨੇ ਨਾ, ਇਹ ਵੀ ਤਾਂ ਮੇਰੀਆਂ ਭੈਣਾਂ ਨੇ ਨਾ, ਇਹ ਵੀ ਤਾਂ ਭੈਣਾਂ ਹੀ ਨੇ ਨਾ ਜਿਹੜੀਆਂ ਸਾਰੀਆਂ ਕਲੇਮ ਕਰਦੀਆਂ ਨੇ ਕਿ ਵਿਕੀ ਅਸੀਂ ਤੇਰੀਆਂ ਭੈਣਾਂ ਵਾਂ। ਤੇ ਇਹ ਵੀ ਤਾਂ ਤੁਸੀਂ ਸਾਰੀਆਂ ਮੇਰੀਆਂ ਭੈਣਾਂ ਵਾਂ ਨਾ, ਜਿਹੜੀਆਂ ਕਿਸੇ ਦੀਆਂ ਨੂੰਹਾਂ ਜਾ ਕੇ ਬਣੀਆਂ ਵਾਂ। ਤੇ ਬਿਹਤਰ ਇਹ ਨਹੀਂ ਕਿ ਤੁਸੀਂ ਵੀ ਆਪਣੇ ਆਪ ਨੂੰ ਸੋਚੋ ਸਮਝੋ, ਹਾਂ ਚਲੋ ਜਿੱਥੇ ਕੋਈ ਕਮੀਆਂ ਕੁਤਾਈਆਂ ਹੈ ਨੇ ਵਡੇਰਿਆਂ ਦੇ ਵਿੱਚ ਵੀ ਹੁੰਦੀਆਂ ਨੇ ਮਾਂ ਪਿਓ ਨੂੰ ਔਲਾਦ ਦੇ ਨਾਲ ਹਮੇਸ਼ਾ ਸਲੂਕ ਕਰਨਾ ਚਾਹੀਦਾ, ਅੱਛਾ ਸਲੂਕ ਕਰਨਾ ਚਾਹੀਦਾ। ਲੇਕਿਨ ਅਗਰ ਨਹੀਂ ਵੀ ਕਰਦੇ ਨਾ, ਮੈਂ ਨਾ ਤੁਹਾਨੂੰ 2 ਹੱਥ ਹੋਰ ਅੱਗੇ ਹੋਣਾ ਚਾਹੀਦਾ ਕਿ ਤੁਹਾਨੂੰ ਬਜਾਏ ਇਸ ਤੇ ਸਿੱਧਾ ਲਾ ਕੇ ਆਖਣਾ ਕਿ ਮੈਂ ਇਹਨੂੰ ਠੀਕ ਕਰਕੇ ਛੱਡਾਂਗੀ, ਬਜਾਏ ਇਸ ਦੇ ਕਿ ਆਪਣੇ ਆਪ ਨੂੰ ਠੀਕ ਕਰ ਲਓ। ਵਡੇਰਾ ਬੰਦਾ ਤੇ ਅੱਗੇ ਵਡੇਰਾ ਹੋ ਜਾਂਦਾ, ਉਹਨਾਂ ਦਾ ਜ਼ਿਹਨ ਅੱਗੇ ਬੱਚਿਆਂ ਨੂੰ ਕੰਮ ਕਰਨਾ ਸ਼ੁਰੂ ਕਰ ਦਿੰਦਾ। ਜਦੋਂ ਬੱਚਾ ਹੁੰਦਾ ਨਾ, ਉਹਨੂੰ ਨਹੀਂ ਨਾ ਸਮਝ ਆ ਰਹੀ ਹੁੰਦੀ ਚੰਗਾ ਕੀ ਹੁੰਦਾ ਤੇ ਮੰਦਾ ਕੀ ਹੁੰਦਾ, ਤੁਸੀਂ ਉਂਗਲੀ ਫੜ ਕੇ ਟੋਰਦੇ ਹੋ ਕਿ ਇੰਜ ਨਹੀਂ ਤੇ ਇੰਜ ਕਰੋ ਬੇਟਾ। ਇੱਥੋਂ ਆ ਬੱਚਾ ਹੁਣ ਭੋਪੋ ਹੋਵੇ ਨਾ, ਇੱਧਰ ਕਰੋ ਜੀ, ਭੋਪੋ ਹੋਵੇ ਨਾ, ਮਿੱਟੀ ਖਾਂਦੀ ਹੈ ਨਾ, ਤੇ ਉਹਨੂੰ ਨਹੀਂ ਪਤਾ ਕਿ ਮਿੱਟੀ ਮੇਰੇ ਵਾਸਤੇ ਚੰਗੀ ਹੈ ਜਾਂ ਨਹੀਂ ਹੈ। ਉਹਨੂੰ ਮਨਾ ਕਰੀਦਾ, ਉਹਨੂੰ ਦੱਸੀਦਾ ਬੇਟਾ ਇਹ ਨਹੀਂ ਖਾਤੇ, ਇਹ ਉਹ ਫਿਰ ਵੀ 2 ਘੰਟੇ ਬਾਅਦ ਜਾਓਗੇ ਤੇ ਫਿਰ ਮਿੱਟੀ ਵਾਲੇ ਪਾਸੇ ਗਈ ਹੋਵੇਗੀ। ਮਤਲਬ ਕੀ ਇਹ ਬੱਚਾ ਜ਼ਿਹਨ, ਉਹਨੂੰ ਪਤਾ ਹੀ ਕੋਈ ਨਹੀਂ ਕੀ ਕਰਨਾ ਤੇ ਕੀ ਨਹੀਂ ਕਰਨਾ। ਸੇਮ ਇਹ ਸਿਚੁਏਸ਼ਨ ਜਿਹੜੀ ਨਾ ਵਡੇਰੇ ਬੰਦੇ ਦੀ ਹੋ ਜਾਂਦੀ ਹੈ ਕਿ ਵਡੇਰਾ ਜਦੋਂ ਹੋ ਜਾਂਦਾ ਨਾ, ਉਹਨਾਂ ਦੀ ਸੋਚ ਬਿਲਕੁਲ ਬੱਚੇ ਦੀ ਤਰ੍ਹਾਂ ਹੋ ਜਾਂਦੀ ਹੈ। ਉਹਨਾਂ ਨੂੰ ਨਹੀਂ ਸਮਝ ਆ ਰਹੀ ਹੁੰਦੀ ਹੈ ਸਹੀ ਕੀ ਹੈ ਤੇ ਗਲਤ ਕੀ ਹੈ। ਹਾਂ ਕੋਈ ਬੜੇ ਖਰੈਂਡ ਵੀ ਹੁੰਦੇ ਨੇ, ਉਹਨਾਂ ਨੂੰ ਸਾਰਾ ਪਤਾ ਵੀ ਹੁੰਦਾ, ਲੇਕਿਨ ਤੁਸੀਂ ਇਹੀ ਸਮਝੋ ਕਿ ਉਹਨਾਂ ਨੂੰ ਕੱਖ ਨਹੀਂ ਪਤਾ। ਤੁਸੀਂ ਉਹਨਾਂ ਨੂੰ ਉਂਗਲੀ ਲਾ ਕੇ ਤੇ ਚਲਾਣਾ। 1 ਵਾਰੀ ਵੀ ਗਲਤੀ ਕਰਨ ਤਾਂ ਵੀ, 2 ਵਾਰੀ ਵੀ ਕਰਨ ਤਾਂ ਵੀ, 10 ਵਾਰੀ ਵੀ ਕਰਨ, 10,000 ਵਾਰੀ ਵੀ ਕਰਨ, ਮਾਫੀ ਤੁਸੀਂ ਹੀ ਮੰਗਣੀ ਹੈ। ਜੇ ਤੁਸੀਂ ਆਖੋ ਨਾ ਕਿ ਵਾਲਦੈਨ ਤੁਹਾਡੇ ਕੋਲ ਆ ਕੇ ਮਾਫੀ ਮੰਗੇ ਤੇ ਫਿਰ ਮੇਰੇ ਖਿਆਲ ਨਾਲ ਇਸ ਤੋਂ ਵੱਡੀ ਜਾਹਲੀਅਤ ਹੋ ਹੀ ਨਹੀਂ ਸਕਦੀ। ਕੀ ਖਿਆਲ ਹੈ ਮਾਂ ਜੀ? ਵਾਲਦੈਨ ਦਾ ਤੇ ਨਹੀਂ ਮਕਸਦ ਮਾਫੀ ਮੰਗਣ ਦਾ। ਤੇ ਇਸ ਵਾਸਤੇ ਇਹ ਦੁਆ ਕਰੋ ਅੱਲਾ ਨੇਕ ਪੁੱਤਰ ਤੇ ਨੇਕ ਔਲਾਦ ਤੇ ਨੇਕ ਸੇੜਨ ਵਾਲੇ ਤੇ ਨੇਕ ਘਰ ਹੋਣ ਵਾਲੀਆਂ ਹੋਣ। ਮੇਰੇ ਮਾਲਕ ਅੱਗੇ ਹਮੇਸ਼ਾ ਦੁਆ ਹੈ ਤੇ ਸ਼ੁਕਰ ਅੱਲਾ ਦਾ ਜ਼ਿਆਦਾ ਕਰਨੇ ਤੇ ਕੋਈ ਇਹ ਤੇ ਨਾ ਨੂੰਹਾਂ ਵਿਚਾਰੀਆਂ ਨੇ ਵੀ ਤੇ ਕੋਈ ਕਿਸੇ ਵੇਲੇ ਔਖੀਆਂ ਹੋ ਹੀ ਜਾਂਦੀਆਂ ਨੇ ਨਾ ਸੱਸਾਂ ਤੋਂ, ਲੇਕਿਨ ਇਹ ਕਿ ਚਲੋ ਬਰਾਏ ਮਿਹਰਬਾਨੀ ਕਰਕੇ ਨੂੰਹਾਂ ਅੱਗੇ ਵੀ ਅਰਜ਼ ਦੇ ਪੁੱਤਰ ਵਾਦੇ ਘਾਟੇ ਘਰਾਂ 'ਚ ਸੌਵਰਾ ਹੋ ਜਾਏ। ਤੁਹਾਨੂੰ ਜਦੋਂ ਮਾਵਾਂ ਨੇ ਪੁੱਤਰ ਜਾਮ ਕੇ ਤੁਹਾਡੇ ਲੜ ਲਾਏ ਨੇ ਤੇ ਮਿਹਰਬਾਨੀ ਕਰਕੇ ਤੁਸੀਂ ਵੀ ਦਰਗੁਜ਼ਰ ਕਰ ਲਿਆ ਕਰੋ। ਉਹ ਡਾਡੀ ਬੱਤੀ ਕਪੱਤੀ ਵੀ ਸੱਸ ਹੋਈ ਸਕਦੀ ਹੈ, ਇਹ ਤੇ ਨਹੀਂ ਨਾ ਸਾਰੀਆਂ ਗੁੰਗੀਆਂ ਦਾਦੀ ਕੱਤੀ ਵਕਤੀ ਉਹ ਕੀ ਪਿਆਂਦੇ, ਉਹ ਨੂੰ ਵੀ ਹੋ ਵੀ ਸਕਦੀ ਹੈ, ਤੇ ਨੂੰ ਵੀ ਹੋ ਸਕਦੀ, ਉਹ ਗੁੰਗੀ ਨੂੰ ਵੀ ਨਹੀਂ ਤੇ ਗੁੰਗੀ ਸੱਸ ਵੀ ਨਹੀਂ। ਲੇਕਿਨ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਪੱਕੀ ਤੇ ਠੱਕੀ ਗੱਲ ਹੈ, ਇਹ ਉਹ ਮਾਮਲਾ ਜੇ ਤੁਸੀਂ ਮੈਂ ਨਾ ਕੋਈ ਆਪਣੇ ਆਪ ਨੂੰ ਕਦੀ ਮੇਰੇ ਖਿਆਲ ਨਾਲ ਤੇ ਮੰਨੇ ਨਹੀਂ ਨਾ ਕਿ ਭਾਈ ਮੈਂ ਰਹਾਂਗਾ। ਕਦੀ ਕਿਸੇ ਨੂੰ ਨੇ ਆਖਿਆ ਹੋਵੇ ਮੈਂ ਗਲਤ ਹਾਂ, ਜਾਂ ਕਦੀ ਕਿਸੇ ਸੱਸ ਨੇ ਆਖਿਆ ਹੋਵੇ ਕਿ ਮੈਂ ਗਲਤ ਹਾਂ, ਕਦੀ ਕਿਸੇ ਨੇ ਕੀਤਾ। ਹਾਂ ਜੀ, ਕਦੀ ਕਿਸੇ ਨੇ ਆਪਣੇ ਮੂੰਹੋਂ ਨਹੀਂ ਮੰਨਿਆ ਹੈ, ਲੇਕਿਨ ਦਿਲ ਤੁਹਾਡਾ ਮਲਾਮਤ ਜ਼ਰੂਰ ਕਰਦਾ ਹੈ ਕਿ ਆ ਜਿਹੜੀ ਮੈਂ ਗੱਲ ਕਰ ਰਹੀ ਸਾਂ ਇਹ ਗਲਤ ਸੀ, ਤੇ ਸੱਸ ਨੂੰ ਵੀ ਪਤਾ ਹੁੰਦਾ ਤੇ ਨੂੰਹ ਨੂੰ ਵੀ ਪਤਾ, ਬਿਲਕੁਲ ਪਤਾ ਹੁੰਦਾ। ਸਹੀ ਹੈ। ਤੇ ਲਿਹਾਜ਼ਾ ਮੈਂ ਇਹ ਨਾ ਕਿ ਸਰਾਤੇ ਮੁਸਤਕੀਮ ਤੇ ਆ ਜਾਓ ਤੇ ਮੈਂ ਤੇ ਨਾ ਇੱਕ ਮਹਿਕਮਾ ਸੀਸੀਡੀ ਵਾਲਾ ਇਹਨਾਂ ਨੂੰਹਾਂ ਸੱਸਾਂ ਤੇ ਵੀ ਛੱਡਣਾ ਚਾਹੀਦਾ। ਨਹੀਂ ਇਹਦੀ ਗੱਲ ਨਹੀਂ, ਨੂੰਹਾਂ ਸੱਸਾਂ ਜਿਹੜੀਆਂ ਨੇ ਬੜਾ ਇਹਨਾਂ ਦਾ ਵੀ ਜਿਹੜਾ ਨਾ ਲਾਜ ਸੀਸੀਡੀ ਕਰੇ। ਅੰਮਾ ਜੀ ਸਾਰਾ ਮੁਲਕ ਉਹਨਾਂ ਨੇ ਸਿੱਧਾ ਕਰ ਦਿੱਤਾ ਹੈ, ਯਕੀਨ ਕਰੋ। ਸੀਸੀਡੀ ਵਾਲਾ ਜਿੰਨੇ ਚੋਰ ਚੱਕੇ ਆਏ ਸਾਰੇ ਸਿੱਧੇ ਕਰ ਦਿੱਤੇ। ਤੇ ਮੈਂ ਨਾ ਨੂੰ ਸੱਸਾਂ ਨੂੰ ਵੀ ਨਾ ਇੱਕ ਵਾਰੀ ਨਾ ਸੀਸੀਡੀ ਵਾਲਿਆਂ ਨੂੰ ਚਾਹੀਦਾ ਫੇਰਾ ਮਾਰਨਾ। ਮਿਹਰਬਾਨੀ ਕਰੋ ਜਿਹੋ ਜੀ ਪਿੱਛੇ ਛੱਡ ਕੇ ਆਏ ਉਹ ਜੀ ਅੱਗੇ ਵੇ, ਤੇ ਜਿਹੋ ਜੀ ਅੱਗੇ ਵੇ ਉਹ ਜੀ ਪਿੱਛੇ ਵੇ। ਕਰ ਭਲਾ ਤੇ ਅੰਤ ਭਲੇ ਦਾ ਭਲਾ। ਇਹ ਜਿਹੜੀ ਇਹਨੇ ਮਾਂ ਵਾਲਦੈਨ ਦੀ ਗੁਸਤਾਖੀ ਜਿਹੜੀ ਇਹ ਦੁਨੀਆ ਤੇ ਭੁਗਤ ਕੇ ਜਾਣਾ। ਇਹ ਮੈਂ ਚੀਜ਼ ਕਹਿਣਾ ਚਾਹ ਰਿਹਾ ਕਿ ਇੱਕ ਵਾਹਦ ਮੈਟਰ ਐਸਾ ਹੈ ਜਿਹੜਾ ਤੁਹਾਨੂੰ ਦੁਨੀਆ ਦੇ ਮਾਰਿਆ, ਮੈਂ ਇੱਥੇ ਕਰਕੇ ਸੁੱਟਿਆ। ਉਹਨੇ ਆਖਿਆ ਯਾਰ ਇੱਥੇ ਮੈਂ ਸੁੱਟਿਆ, ਤੂੰ ਜਿਹੜਾ ਕੋਗਾ ਸੁੱਟ ਛੱਡ। ਹਾਂ ਸੁੱਟ ਛੱਡ। ਹਾਂਜੀ, ਕਿ ਅੱਜ ਜੋ ਕੁਝ ਬੀਜਿਆ ਜਿਹਨਾਂ ਕੱਲ ਉਹ ਕੱਟਣਾ ਪੈਣਾ ਔਰ ਤੁਹਾਨੂੰ ਖੁਦ ਕੱਟਣਾ ਹੈ। ਤੁਸੀਂ ਵੇਖੋਗੇ ਇਸ ਚੀਜ਼ ਨੂੰ ਕਿ ਮੇਰੇ ਦੇ ਸਾਹਮਣੇ ਕਮ ਅਜ਼ ਕਮ ਕੋ 5000 ਮਿਸਾਲ ਐਸੀ ਹੈ ਜਿਨ੍ਹਾਂ ਨੇ ਆਪਣੇ ਵਾਲਦੈਨ ਨੂੰ ਜ਼ਲੀਲ ਕੀਤਾ ਸੀ, ਅੱਜ ਉਹ ਆਪ ਹੀ ਵੀ ਜ਼ਲੀਲ ਹੋ ਗਏ। ਔਲਾਦ ਚਿੜੀਆਂ ਕਾਵਾਂ ਨੂੰ, ਕੱਲ ਨੂੰ ਉਹਨਾਂ ਦੀ ਔਲਾਦ ਨੇ ਵੀ ਉਹਨਾਂ ਨੂੰ ਜ਼ਲੀਲ ਹੀ ਕਰਨਾ ਹੈ। ਐਵੇਂ ਆਂਦੇ ਨੇ ਔਲਾਦ ਚਿੜੀਆਂ ਕਾਵਾਂ ਨੂੰ ਪਿਆਰੀ ਹੈ। ਤੇ ਕਿਸੇ ਨੇ ਗਾਲ ਕੱਢੀ, ਉਹਨੇ ਆਖਿਆ ਮੈਂ ਤੇਰੇ ਢਿੱਡ ਨੂੰ ਕੱਢੀ, ਉਹਨੇ ਆਖਿਆ ਤੂੰ ਢਿੱਡ। ਗੱਲ ਇਹ ਜਿਨ੍ਹਾਂ ਵਾਸਤੇ ਨਿਸ਼ਾਨੀਆਂ ਹੁੰਦੀਆਂ ਨੇ ਨਾ ਉਹ ਸਬਕ ਸਿੱਖ ਲੈਂਦੇ ਨੇ, ਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਹੁੰਦਾ ਨਾ ਉਹਨਾਂ ਨੇ ਕਮੀਆਂ ਕੁਤਾਈਆਂ ਕੱਢਦੇ ਰਹਿਣਾ ਹੁੰਦਾ। ਸਾਡਾ ਤੋਰਦੇ ਮੇਰਾ ਸਿਰਫ ਇੰਨੀ ਕੁ ਮਕਸਦ ਇਹ ਵੇ ਕਿ ਜਿਹੜੀ ਚੀਜ਼ ਪੋਜ਼ਿਟਿਵ ਦੱਸੀ ਜਾਂਦੀ ਹੈ ਨਾ, ਤੁਸੀਂ ਇਹ ਵੇਖੋ ਕਿ ਸਬਕ ਕੀ ਹੈ, ਤੁਸੀਂ ਉਹ ਸਬਕ ਤੇ ਅਮਲ ਕਰੋ, ਬਜਾਏ ਇਸ ਦੇ ਕਿ ਕੀੜੇ ਕੱਢੋ ਕਿ ਮੈਂ ਗਲਤ ਕੀਤਾ ਜਾਂ ਉਹਨੇ ਕੱਢਿਆ। ਇਹ ਸਵਾਲ ਜਵਾਬ ਨਹੀਂ, ਸਵਾਲ ਇਹ ਵੇ ਹੋ ਸਕਦਾ ਮੇਰੇ 'ਚ ਕਮੀ
ਹੋਵੇ। ਹਾਂਜੀ, ਸਵਾਲ ਇਹ ਮੈਂ ਹੈ ਇਹ ਕਿ ਤਾਂ ਆਪਣੇ ਵਾਲਦੈਨ ਦੀ ਪੈਰਵੀ, ਵਾਲਦੈਨ ਦੀ ਖਿਦਮਤ ਤੁਸੀਂ ਕਿਵੇਂ ਕਰਨੀ ਹੈ। ਜੇ ਤੁਸੀਂ ਵਾਲਦੈਨ ਨੂੰ ਝੂਠਿਆਂ ਨਹੀਂ ਪਾਣਾ, ਅਗਰ ਉਹਨਾਂ ਦੀ ਗਲਤੀ ਹੈ ਵੀ ਇਹ ਸਵਾਲ ਇਹ ਤੁਹਾਡੇ ਵਾਸਤੇ ਸਬਕ ਹੈ। ਬਸ ਬਾਕੀ ਜਿਨ੍ਹਾਂ ਦੀ ਦਿਲ ਕਰਦਾ ਦਿਲ ਮੰਨਣ, ਜਿਨ੍ਹਾਂ ਦਾ ਨਹੀਂ ਕਰਦਾ, ਜਿਹੜੇ ਮੰਨਦੇ ਨੇ ਗੱਲ ਨੂੰ, ਉਹਨਾਂ ਦਾ ਵੀ ਸ਼ੁਕਰੀਆ, ਤੇ ਜਿਹੜੇ ਨਹੀਂ ਮੰਨਦੇ ਮਾਜੀ ਉਹਨਾਂ ਦਾ ਸ਼ੁਕਰੀਆ। ਸਹੀ ਹੈ। ਬਾਕੀ ਮੈਂ ਹੁਣ ਕੰਮ ਤੇ ਚੱਲਾਂ, ਬਾਕੀ ਦੀਆਂ ਗੱਲਾਂ ਅੱਲਾਹ ਦਾ ਸ਼ੁਕਰ ਹੈ, ਖੈਰ ਨਾਲ ਜਾਓ, ਬਸ ਇਹ ਨਹੀਂ ਗੱਲ ਹੈ। ਜਿਹੜਾ ਦੱਸ ਜਾਓ ਨਾ ਤੇ ਮਾਂ ਪਿਓ ਰਾਹ ਫਿਰ ਦਿੰਦਾ, ਬਸ ਇੰਨੀ ਗੱਲ ਹੈ, ਹੋਰ ਕੋਈ ਗੱਲ ਨਹੀਂ। ਤੂੰ ਆ ਕਹਿਣਾ ਮੈਂ ਨਾਂ ਵੀ ਦੱਸ ਦੋ ਤੇ ਮੇਰਾ ਕੀ ਜਾਣਾ ਸੀ, ਇੰਨਾ ਕੋ ਫਰਕ ਹੁੰਦਾ। ਮੈਂ ਹੁਣ ਇਹ ਵੇਖ, ਮੈਂ ਤੇਰੇ ਆਉਣ ਵਾਲੇ ਵਕਤ ਨੂੰ ਡੀਕ ਨਹੀਂ ਕਿ ਤੂੰ ਹੁਣ ਜਾਣਾ, ਤੇ ਮੈਨੂੰ ਉਮੀਦ ਹੈ ਮੈਨੂੰ 4 ਵਜੇ ਮੇਰੇ ਪੁੱਤਰ ਆ ਜਾਣਾ ਵਾਪਸ ਆਉਣਾ ਹੈ, ਤੇ ਇਹਨਾਂ ਦੀ ਉਡੀਕ ਹੋਣੀ ਤੇ ਤੱਕ ਇਹੀ ਗੱਲ। ਜੇ ਤੂੰ 4 ਵਜੇ ਨਾ ਆਵੇਂ, 6 ਵਜੇ ਆਵੇਂ, ਤੇ ਫਿਰ ਤੈਨੂੰ ਲੱਕੀ ਹੁੰਦਾ ਪਿੱਛੇ ਫੋਨ ਜਾਂਦਾ ਕਿ ਨਹੀਂ ਜਾਂਦਾ। ਕੋਈ ਨਾ ਫੋਨ ਉਸੇ ਲਈ ਆ ਜਾਂਦਾ ਕਿ ਪੁੱਤਰ ਆਇਆ ਨਹੀਂ, ਕੀ ਖੈਰ ਤੇ ਆਵੇ। ਛੋਟੀਆਂ ਛੋਟੀਆਂ ਚੀਜ਼ਾਂ ਨੇ ਬੱਚਿਆਂ ਨੂੰ। ਹੁਣ ਪਾਕਿਸਤਾਨ ਵਾਲੇ ਨੂੰ ਮੈਂ ਸਵੇਰ ਤੋਂ ਲੱਗ 3 ਫੋਨ ਕੀਤੇ ਨੇ, ਉਹਨੇ ਮੇਰਾ ਕੱਟ ਦਿੱਤਾ, ਮੈਂ ਘਰ ਕੀਤਾ ਨੂੰ, ਉਹਨੇ ਆਖਿਆ ਅਮੀ ਜੀ ਉਹ ਦੱਸ ਕੇ ਗਏ ਨੇ। ਮੈਂ ਕਿਹਾ ਅੱਛਾ ਨੈਟ ਬੰਦ ਹੋਏਗਾ। ਹੁਣ ਉਹ ਆਇਆ ਹੁੰਦਾ ਸਾਰਿਆਂ ਨੇ ਆਖਿਆ ਅਮੀ ਜੀ ਮੈਂ ਕੰਮ ਗਿਆ ਸੀ ਤੇ ਉੱਥੇ ਮੇਰਾ ਨੈਟ ਨਹੀਂ ਚੱਲਿਆ। ਮੈਂ ਕਿਹਾ ਪੁੱਤਰ ਮੈਂ ਸਵੇਰ ਦੀ ਫਿਕਰ ਕਰੇ, ਸ਼ੁਕਰ ਹੈ ਤੂੰ ਘਰ ਆ ਗਿਆ। ਬਿਲਕੁਲ, ਮਕਸਦ ਸਿਰਫ ਇਹ ਗੱਲ ਕਰਨ ਦਾ। ਛੋਟੀ ਜਿਹੀ ਇੱਕ ਹੋਰ ਵੀ ਗੱਲ ਮੈਂ ਐਡ ਕਰ ਦਿਆਂ। ਵਡੇਰੇ ਬੰਦਾ ਜਿਹੜਾ ਨਾ, ਉਹਨਾਂ ਨੂੰ ਇਹਨਾਂ ਆਉਂਦੇ ਨੇ ਮੋਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਆਪਣੇ ਪੁੱਤਰ ਨਾਲ ਉਹਨਾਂ ਨੂੰ ਪੋਤਰੇ ਦੋਤਰੇ ਜ਼ਿਆਦਾ ਪਿਆਰੇ ਹੁੰਦੇ ਨੇ। ਤੁਸੀਂ ਜਦੋਂ ਸਪੈਸ਼ਲੀ ਜਦੋਂ ਸਕੂਲ ਜਾਂਦੇ ਨੇ, ਉਦੋਂ ਜਾਂਦੇ ਆ ਵਾਲਿਆਂ ਨੂੰ ਆਖੋ, ਬੱਚਿਆਂ ਨੂੰ ਮਾਮਾ ਆਖਣ ਕੇ ਪੁੱਤਰ ਆਪਣੇ ਨਾਲ ਦਾਦੋ ਨੂੰ ਦਾਦੀ ਨੂੰ ਮਿਲ ਕੇ ਜਾਓ, ਠੰਡੀ ਪਾ ਕੇ ਜਾਓ, ਮੂੰਹ ਚੁੰਮ ਕੇ ਜਾਓ। ਉਹ ਆਉਂਦਿਆਂ ਸਿੱਧਾ ਦੁਆਵਾਂ ਦਿੰਦੇ ਰਹਿੰਦੇ ਨੇ ਵਾਲਿਆਂ। ਜਦੋਂ ਸ਼ਾਮ ਨੂੰ ਉਹਨਾਂ ਨੇ ਸੌਣਾ, ਉਸ ਤੋਂ ਬਾਅਦ ਕੱਪੜੇ ਚੇਂਜ ਕਰ ਲੈਂਦੇ ਨੇ, ਗੁੱਡ ਨਾਈਟ ਦਾਦੋ ਦਾਦੀ ਨੂੰ ਕਹਿ ਕੇ ਜਾਓ ਬੇਟਾ ਇਹਨੇ ਜਿਹਨੂੰ ਅਗਲੇ ਸਵੇਰ ਤੱਕ ਉੱਠਦੇ ਤੱਕ ਤੁਹਾਨੂੰ ਦੁਆਵਾਂ ਠੰਡੀ। ਉਹਨਾਂ ਦਾ 2 ਕਿਲੋ ਖੂਨ ਉਂਝ ਵੱਧ ਜਾਂਦਾ ਜਦੋਂ ਆਪਣੇ ਦੋਤਰਿਆਂ ਪੋਤਰਿਆਂ ਨੂੰ ਮਾਲਕ ਸਮਝਦੇ ਨੇ। ਜਦੋਂ ਨਾ ਪੁੱਛੀਏ ਤਾਂ ਆਪਣੇ ਆਪ ਨੂੰ ਆਂਦੇ ਨੇ ਅਸੀਂ ਦੁਨੀਆ ਦਾ ਇਹ ਕੀ ਲੈਣਾ। ਉਹ ਆਪਣੇ ਆਪ ਨੂੰ ਕੱਖਾਂ ਧੌਲੇ ਸਮਝਦੇ ਨੇ ਕਿ ਯਾਰ ਸਾਡਾ ਮੁੱਲ ਹੀ ਕੋਈ ਵੀ ਨਹੀਂ ਹੈ। ਤੇ ਲਿਆਦਾ ਬਹੁਤ ਉਹਨਾਂ ਤੁਹਾਡੇ ਨਾਲ ਬਹੁਤੇ ਕੀਤੇ ਨੇ, ਇਹ ਨਾ ਕਿਉਂਕਿ ਉਹਨਾਂ ਵਕਤ ਨਹੀਂ ਕੀਤੇ ਜਿਹੜੇ ਅੱਜ ਲੰਮੇ ਪਏ ਨੇ ਬਿਮਾਰ ਹੋ ਕੇ। ਜ਼ਾਹਿਰ ਜੀ ਉਦੋਂ ਉਹਨਾਂ ਵਕਤਾਂ ਦੇ ਵਿੱਚ ਤੇ ਇੰਨੀਆਂ ਜਿਵੇਂ ਅੱਗੇ ਤੁਸੀਂ ਆਦੇ ਘੁੱਗੂ ਘੋੜੇ ਤੁਸੀਂ ਤੁਹਾਨੂੰ ਦੇਖ ਕੇ ਵੱਡੇ ਹੋਏ ਹੋ। ਅੱਜ ਤੇ ਹਰ ਚੀਜ਼ ਦੇ ਗੱਡੀਆਂ ਨੇ ਮਾਮਲਾਤ ਨੇ। ਉਸ ਦੌਰ ਦੇ ਵਿੱਚ ਫੈਸਿਲਿਟੀਜ਼ ਨਹੀਂ ਸਨ। ਗੇਂਦਾਂ ਬਣਾਉਣੀਆਂ ਨੇ ਤੁਸੀਂ ਗੇਂਦ ਬਾਹਰ ਸੁੱਟਦੇ ਨੇ, ਛਾਪਰ ਇਕੱਠੇ ਕਰਕੇ ਉਹਨਾਂ ਨੂੰ ਮੈਂ ਗਰਮ ਕਰਕੇ ਤੇ ਉਤੋਂ ਦੀ ਸੂਈ ਨਾਲ ਸੀਕ ਤੇ ਆਖਣਾ ਪੁੱਤਰ ਇਹਦੇ ਨਾਲ ਖੇਡੋ, ਦੂਰ ਤੇ ਨਾ ਜਾਇਆ ਕਰੇ। ਹਾਂਜੀ, ਹੁਣ ਛਾਪਰ ਵਲੇਟ ਕੇ ਵਿੱਚ ਟਾਕੀਆਂ ਪਾ ਕੇ ਸਾਨੂੰ ਯਾਦ ਹੈ ਉੱਤੇ ਇਹਨਾਂ ਨੇ ਧਾਗਾ ਵਲ ਕੇ ਤੇ ਸਾਨੂੰ ਗੇਂਦ ਬਣਾ ਦਿੰਦਾ ਹੁੰਦਾ ਸੀ ਕਿ ਘਰ ਦੇ ਵਿੱਚ ਖੇਡੋ, ਨਾ ਤੇ ਕੋਈ ਬਾਰੀ ਬੂਆ ਟੁੱਟੇਗਾ ਤੇ ਨਾ ਕੋਈ ਹੋਸ਼ ਖਰਾਬ ਹੋਏਗੀ ਤੇ ਨਾ ਦੂਰ ਜਾਏਗੀ ਤੇ ਬੱਚੇ ਵੀ ਕੋਲ ਰਹਿਣਗੇ। ਬੜੇ ਬੜੇ ਵਕਤ ਕਰਦੇ ਨੇ ਪੇਰੈਂਟਸ, ਇਹਨਾਂ ਨੇ ਵੀ ਕੀਤੇ ਨੇ, ਤੁਹਾਡੇ ਪੇਰੈਂਟਸ ਨੇ ਵੀ ਬੜੇ ਬੜੇ ਕੀਤੇ ਹੋਣੇ ਨੇ। ਮਕਸਦ ਸਿਰਫ ਇਹਨਾਂ ਕੋਈ ਗੱਲ ਕਰਨ ਦਾ। ਅੱਜ ਉਹਨਾਂ ਦਾ ਮੁੱਲ ਪਾਉਣ ਦਾ ਟਾਈਮ ਆਇਆ ਔਰ ਐਸਾ ਮੁੱਲ ਪਾਣਾ ਹੈ। ਜੇ ਅਗਰ ਅਸੀਂ ਨਹੀਂ ਪਾਣਾ ਤੇ ਕਿਸੇ ਤੁਹਾਡੇ ਗੁਆਂਢੀ ਨੇ ਆ ਕੇ ਮੁੱਲ ਨਹੀਂ ਵੇ ਪਾਣਾ, ਜੋ ਮਰਜ਼ੀ ਕਰ ਲਵੋ। ਤੁਹਾਡੇ ਉਮਰੇ ਹੱਜ ਇਹ ਉਹ, ਅਗਰ ਤੁਹਾਡੇ ਪੇਰੈਂਟਸ ਤੁਹਾਡੇ ਤੋਂ ਰਾਜ਼ੀ ਨੇ ਤਾਂ ਯਕੀਨ ਕਰੋ ਤੁਹਾਡੇ ਮੂੰਹ ਤੇ ਵੱਜ ਜਾਣੇ ਨੇ। ਇਹ ਨਮਾਜ਼ਾਂ 5 ਵਕਤ ਦੀਆਂ ਹਰ ਚੀਜ਼ ਮੈਂ ਨਾ ਇੱਥੇ ਦੁਨੀਆ ਦੇ ਉੱਤੇ ਤੁਹਾਨੂੰ ਸਮਝ ਆ ਜਾਣੀ ਕਿ ਕੀ ਆ ਗੋ ਤੇ ਗੋ ਦਾ ਮੈਦਾਨ ਜੇ ਵੇਖ ਲਿਆ ਜੇ। ਕੋਈ ਲੰਬੀ ਚੌੜੀ ਗੱਲ ਤੇ ਕੋਈ ਵੀ ਨਹੀਂ ਹੈ। ਜਿਹੜੇ ਬਣ ਕੇ ਬੈਠੇ ਨੇ ਕਿ ਪਿਓ ਸਾਡਾ ਗਲਤ ਹੈ ਜਾਂ ਮਾਂ ਸਾਡੀ ਗਲਤ ਹੈ, ਉਹ ਗਲਤ ਨੇ ਤਾਂ ਕੀ ਜਾ ਕੇ ਮੂੰਹ ਸਿਰ ਚੁੰਮੋ, ਪੈਰਾਂ ਨੂੰ ਹੱਥ ਲਾਓ, ਵੇਖਿਆ ਜੇ ਹਮਾਮ ਹੁੰਦੇ ਨੇ ਕਿ ਨਹੀਂ ਹੁੰਦੇ। 2 ਅਥਰੂ ਤੋਂ ਤੁਹਾਡੇ ਦਿਲ ਦੇ ਵਿੱਚੋਂ ਨਿਕਲੇ ਨੇ ਤੇ ਅਗਲੇ ਨੂੰ ਨਜ਼ਰ ਆ ਜਾਣਾ ਕਿ ਵਾਕਈ ਸਾਡਾ ਪੁੱਤਰ ਸਾਡੇ ਤੇ ਬੜਾ ਜਿਹੜਾ ਨਾ ਹੁਣ ਸਾਨੂੰ ਮਾਫੀ ਦੇਣੀ ਹੈ, ਜਾਂ ਉਹ ਫਿਰ ਆਪੇ ਹੀ ਬੰਦਾ ਠੰਡੀ ਪਾ ਲੈਂਦਾ ਜੱਫੀ ਪਾ ਲੈਂਦਾ। ਔਲਾਦ ਲੋਇਆ ਤੇ ਮਾਂ ਪਿਓ ਗੋਇਆ। ਹਾਂਜੀ, ਇਹ ਸੱਚੀਆਂ ਗੱਲਾਂ ਨੇ। ਗੋਏ ਵੰਗਰ ਫਿਸਲੇ ਮਾਂ ਪਿਓ, ਔਲਾਦ ਇਸ ਵਕਤ ਲੋਇਆ ਹੋਈ। ਹਾਂ, ਕਿ ਉਹ ਨਹੀਂ ਕਿਸੇ ਪਾਸੇ ਵੀ ਸਿਰ 'ਚ ਸਰੀਆ ਪਾਈ ਦੀਆਂ। ਲੇਕਿਨ ਜਿਹੜੇ ਕਰਦੇ ਨੇ ਅੱਜ ਵੀ ਬੜਾ ਕਰਦੇ ਨੇ ਅਲਹਮਦੁਲਿਲਾ। ਸਾਡਾ ਜਿਹੜੇ ਨਹੀਂ ਕਰਦੇ ਉਹਨਾਂ ਵਾਸਤੇ ਮੈਸੇਜ ਹੈ ਤੁਹਾਡੀ ਮੁਹੱਬਤ ਦਾ ਸ਼ੁਕਰੀਆ। ਮਾਰੀ ਫਿਰ ਨਾਮ ਨਾ ਕਰਵਾ। ਚਲੋ ਜੀ ਜਾਓ, ਖੈਰ ਹੋਵੇ ਤੁਹਾਡੀ ਵੀ ਤੇ ਸਾਡੀ ਵੀ।